ਹੈਲੋ एवरीवन ਵੈਲਕਮ ਟੂ ਆਲ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪੀਐਸ ਟੈਟ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਸੀਰੀਜ਼ ਜੋ ਸ਼ੁਰੂ ਕੀਤੀ ਹੋਈ ਹੈ ਔਰ ਇਸ ਸੀਰੀਜ਼ ਦੇ ਵਿੱਚ ਹੁਣ ਤੱਕ ਟੋਟਲ 8 ਜੋ ਸਰਕਾਰ ਆ ਪੇਪਰ ਲੈ ਚੁੱਕੀ ਆ, ਜਿਹਦੇ ਵਿੱਚੋਂ ਅਸੀਂ 5 ਪੇਪਰ ਕਵਰ ਕਰ ਚੁੱਕੇ ਹਾਂ ਤੇ ਅੱਜ ਅਸੀਂ 6ਵਾਂ ਪੇਪਰ ਕਵਰ ਕਰਨ ਜਾ ਰਹੇ ਹਾਂ। ਇਹ 6ਵਾਂ ਪੇਪਰ ਸਤੰਬਰ 2016 ਦੇ ਵਿੱਚ ਲਿਆ ਗਿਆ ਸੀ। ਇਸ ਦੇ SST जो पार्ट है साडा उसका फस्ट क्वेश्चन जो है वो असीं कवर करन जा रहे हैं 91 नंबर क्वेश्चन कि हेठ लिखियां विचों किहड़ा सही जोड़ है। कोल गदर 1831-32 च होया सी, संथाल गदर 1855 च होया सी, बस्तर गदर 1910 च होया सी ते वर्ली गदर 1940 च होया सी। केवल दूसरा ठीक है, दूसरा ते तीसरा ठीक है, पहला ते दूजा ठीक है या फिर ये सारे ही ठीक ने। तो इसका जो सही आंसर है वो है डी, ਇਹ ਸਾਰੇ ਹੀ ਠੀਕ ਨੇ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਕਿਸ ਕਵੀ ਨੇ ਕਿਹਾ ਸੀ ਦਿੱਲੀ ਦੀਆਂ ਸੜਕਾਂ ਸਿਰਫ ਸੜਕਾਂ ਨਹੀਂ ਸਗੋਂ ਕਿਸੇ ਚਿੱਤਰਕਾਰ ਦੀ ਕਲਾਕ੍ਰਿਤੀ ਵਾਂਗੂ ਹਨ। ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਉਰਦੂ ਦੇ ਕਾਫੀ ਵੱਡੇ ਸ਼ਾਇਰ ਹੋਏ ਨੇ, ਉਹਨਾਂ ਦਾ ਨਾਮ ਹੈ ਮੀਰ ਤਕੀ ਮੀਰ। ਮੀਰ ਤਕੀ ਮੀਰ ਨੇ ਕਿਹਾ ਸੀਗਾ ਕਿ ਦਿੱਲੀ ਦੀਆਂ ਸੜਕਾਂ ਕੋਈ ਜਾਦੂਗਰ ਦੀਆਂ ਬਣਾਈਆਂ ਸੜਕਾਂ ਲੱਗਦੀਆਂ ਨੇ, ਕਿ ਕੋਈ ਆਮ ਸੜਕਾਂ ਨਹੀਂ ਹੈਗੀਆਂ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਜਨਾਨ ਦੰਦਨੀ ਸਤਿੰਦਰ ਨਾਥ ਟੈਗੋਰ ਦੀ ਪਤਨੀ ਪਹਿਲੀ ਭਾਰਤੀ IAS ਮੈਂਬਰ ਸੰਬੰਧਿਤ ਸਨ ਇਹਨਾਂ ਦੇ ਵਿੱਚੋਂ ਕਿਸ ਦੇ ਨਾਲ। ਪਹਿਲੀ ਔਰਤ ਜੋ ਕਾਉਂਸਲ ਵਿੱਚ ਗਈ, ਬ੍ਰਾਹਮਿਕਾ ਸਾੜੀ, ICS ਪਾਸ ਕਰਨ ਵਾਲੀ ਪਹਿਲੀ ਔਰਤ, ਸਵੈ ਜੀਵਨੀ ਲਿਖਣ ਵਾਲੀ ਪਹਿਲੀ ਔਰਤ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਬ੍ਰਾਹਮਿਕਾ ਸਾੜੀ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਹੈ ਕੁਐਸਚਨ ਨੰਬਰ 94 ਕਿ ਚਾਰਲਸ II ਦੇ ਰਾਜਕੁਮਾਰੀ ਨਾਲ ਵਿਆਹ ਤੋਂ ਬਾਅਦ ਸਨ 1661 ਵਿੱਚ ਬੰਬਈ ਦੇ ਨਜ਼ਦੀਕ ਦੇ ਟਾਪੂਆਂ ਦਾ ਕਬਜ਼ਾ ਬ੍ਰਿਟਿਸ਼ ਹੱਥਾਂ ਵਿੱਚ ਚਲਾ ਗਿਆ ਸੀ। ਇਸ ਰਾਜਕੁਮਾਰੀ ਕੋਲ ਕਿਹੜੀ ਨਾਗਰਿਕਤਾ ਸੀ। ਸਾਡੇ ਕੋਲੇ ਆਪਸ਼ਨਸ ਨੇ ਸਪੈਨਿਸ਼, ਪੁਰਤਗਾਲੀ, ਡੱਚ ਜਾਂ ਫਿਰ ਜਰਮਨ। ਸਾਡੇ ਕੋਲ ਸਹੀ ਜੋ ਆਨਸਰ ਹੈ ਉਹ ਹੈ ਪੁਰਤਗਾਲ ਦੀ ਜੋ ਸਿਟੀਜ਼ਨਸ਼ਿਪ ਆ ਉਹ ਸੀਗੀ ਰਾਜਕੁਮਾਰੀ ਦੇ ਕੋਲੇ। ਨੈਕਸਟ ਕੁਐਸਚਨ ਸਾਡੇ ਕੋਲੇ ਆ ਰਿਹਾ ਕਿ ਭਾਰਤ ਦੇ ਪੁਰਾਤੱਤਵ ਵਿਭਾਗ ਦਾ ਪਹਿਲਾ ਡਾਇਰੈਕਟਰ ਜਨਰਲ ਕੌਣ ਸੀ। ਹੂ ਵਾਜ਼ ਦਾ ਫਸਟ ਡਾਇਰੈਕਟਰ ਜਨਰਲ ਆਫ ਆਰਕੀਓਲੋਜੀਕਲ ਸਰਵੇ ਆਫ ਇੰਡੀਆ। ਕਨਿੰਗਮ, REM व्हीलर, जॉन मार्शल या फिर GF डेल्स। तो साडा जो सही आंसर है वो है कनिंगम। नैक्सट साडे कोले क्वेश्चन आ रहा कि प्रज्ञा पृष्टि जो इलाहाबाद के स्तंभ लेख के नां नाल जानी जाती है किस राजे दे राज कवि द्वारा लिखी गई। प्रज्ञा पृष्टि आल्सो नाउन एज द इलाहाबाद पिलर इंस्क्रिप्शन was composed by the court poet of which ruler। साडे कोले ऑप्शंस ने समुद्रगुप्त, अशोक, हर्षवर्धन, कनिष्क। और सही जो ऑप्शन है, सही जो आंसर है समुद्रगुप्त। नैक्सट साडे कोले क्वेश्चन आ रहा है कि किताबुल हिंद बारे हेठ लिखिया जो किहड़ा तत्थ गलत है। किताबुल हिंद काफ़ी चर्चा का विषय बन चुकी है पिछले 2-3 पेपरों के विच और ਇਹਦੇ ਬਾਰੇ ਅਸੀਂ ਕਾਫੀ ਡਿਟੇਲ ਦੇ ਵਿੱਚ ਵੀ ਲਿਖਿਆ ਸੀਗਾ ਅਲ ਬਰੂਨੀ ਬਾਰੇ, ਜਿਹਦੇ ਵਿੱਚ ਅਸੀਂ ਅਲ ਬਰੂਨੀ ਬਾਰੇ ਲਿਖਿਆ ਸੀਗਾ, ਅਸੀਂ ਇਬਨ ਬਤੂਤਾ ਬਾਰੇ ਲਿਖਿਆ ਸੀਗਾ। ਕਾਫੀ ਡਿਟੇਲ ਦੇ ਵਿੱਚ ਅਸੀਂ ਇਸ ਬਾਰੇ ਗੱਲ ਕੀਤੀ ਸੀਗੀ, ਜਿਸ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਕਿਹਾ ਸੀਗਾ ਕਿ ਤੁਸੀਂ ਆਪਣੇ ਨੋਟਸ ਜ਼ਰੂਰ ਬਣਾਓ ਇਸ ਚੀਜ਼ ਦੇ, ਕਿਉਂਕਿ ਇਸ 'ਤੇ ਕੋਈ ਨਾ ਕੋਈ ਕੁਐਸਚਨ ਉਹ ਪੁੱਛਦੇ ਹੀ ਪੁੱਛਦੇ ਨੇ। ਸੋ ਕਿਤਾਬੁਲ ਹਿੰਦ ਬਾਰੇ ਹੇਠ ਲਿਖਿਆਂ 'ਚੋਂ ਕਿਹੜਾ ਤੱਥ ਗਲਤ ਹੈ। ਕਿ ਇਹ ਇਬਨ ਬਤੂਤਾ ਦੀ ਲਿਖੀ ਹੋਈ ਸੀ, ਗਲਤ ਲਿਖੇ ਹੋਏ थे कि ਇਹ ਪਰਸ਼ੀਅਨ ਫਾਰਸੀ ਲੈਂਗੁਏਜ 'ਚ ਲਿਖੀ ਹੋਈ ਸੀ, ਇਹ 80 ਭਾਗਾਂ 'ਚ ਵੰਡੀ ਹੋਈ ਸੀ ਜਾਂ ਫਿਰ ਹਰ ਪਾਠ ਪ੍ਰਸ਼ਨ ਨਾਲ ਸ਼ੁਰੂ ਹੁੰਦਾ ਸੀ। ਅੱਗੇ ਸਾਨੂੰ ਫੇਰ ਆਪਸ਼ਨਸ ਨੇ ਕਿ ਸਿਰਫ ਪਹਿਲੀ ਗਲਤ ਹੈ, ਪਹਿਲੀ ਤੇ ਦੂਜੀ ਗਲਤ ਹੈ, ਤੀਜੀ ਤੇ ਚੌਥੀ ਗਲਤ ਹੈ, ਸਾਰੀਆਂ ਗਲਤ ਨੇ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ B ਆਪਸ਼ਨ, ਪਹਿਲੀ ਤੇ ਦੂਜੀ ਗਲਤ ਆ। ਇਹ ਇਬਨ ਬਤੂਤਾ ਦੀ ਲਿਖੀ ਹੋਈ ਸੀ ਨਹੀਂ, ਸਾਨੂੰ ਪਤਾ ਹੈ, ਅਸੀਂ ਪੜ੍ਹ ਚੁੱਕੇ ਹਾਂ ਕਿ ਇਹ ਅਲ ਬਰੂਨੀ ਨੇ ਲਿਖੀ ਸੀ ਤੇ ਦੂਸਰਾ ਇਹ ਪਰਸ਼ੀਅਨ ਵਿੱਚ ਨਹੀਂ ਲਿਖੀ ਗਈ ਸੀ। ਸੋ 80 ਭਾਗਾਂ ਵਿੱਚ ਵੰਡੀ ਹੋਈ ਸੀ, ਹਰ ਪ੍ਰਸ਼ਨ ਦਾ ਨਾਲ ਹਰ ਪਾਠ ਪ੍ਰਸ਼ਨ ਨਾਲ ਸ਼ੁਰੂ ਹੁੰਦਾ ਸੀ। ਇਹ ਸਾਡੇ ਦੋ ਆਪਸ਼ਨ ਨੇ ਜੋ ਸਹੀ ਨੇ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਗਲਤ ਜੁੱਟ ਹਨ। ਸ਼ੇਖ ਮੁਇਨੁੱਦੀਨ ਸਿੱਜੀ ਜੋ ਦਿੱਲੀ ਦੇ ਹਨ, ਸ਼ੇਖ ਬਖਤਿਆਰ ਕਾਕੀ दिल्ली, शेख फरीदुद्दीन गंज शकर बठिंडा, शेख निज़ामुद्दीन औलिया।
दिल्ली। साडे कोले ऑप्शनस ने सिर्फ एक, पहली ते दूसरी, पहली ते तीसरी, या फिर इन्हां चों कोई भी नहीं। तो साडी जो सही आंसर है वह है ऑप्शन सी, पहली ते तीसरी। मतलब कि शेख म्यूनुद्दीन सिज्जी दिल्ली ये गलत ऑप्शन है, तो शेख फरीदुद्दीन गंज शकर बठिंडा ये भी गलत ऑप्शन है। नैक्सट साडे कोले आ रहा क्वेश्चन नंबर 99 नंबर क्वेश्चन है, असी कवर करते हैं कि हरिहारा अते बुक्का दी स्थापना दा संबंध किस शक्तिशाली राज नाल है? चालुक्य राज नाल, चोल राज नाल, विजयनगर राज नाल, या फिर गुज्जर प्रतिहारा दे नाल? इसका जो सही आंसर है वो है विजयनगर एम्पायर दे नाल, विजयनगर राज दे नाल। नैक्सट क्वेश्चन है साडे कोले कि ईस्ट इंडिया कंपनी विच फ्रांसीसी बुचानन क्यों महत्वपूर्ण सी? वाई वाज फ्रांसिस बुचानन इंपोर्टेंट टू ईस्ट इंडिया कंपनी? कि उसने एनफील्ड राइफल डिज़ाइन की सी, स्थाई बंदोबस्त पिछे उसका दिमाग सी, कंपनी के अधीन आने वाले खेतर का सर्वेखण किया सी, या फिर उपरोक्त सारे? इसका जो सही आंसर है वो है ऑप्शन सी कि कंपनी के अधीन आने वाले खेतर का सर्वेखण जो उसने किया सी। नैक्सट क्वेश्चन साडे कोल आ रहा कि ईस्ट इंडिया कंपनी के मुख्य 4 जंगां जो कि 1769 to 69, 1780 to 84, 1790 to 92 ਅਤੇ 1799 किस प्रांत नूं प्राप्त करन लई कीतियां? मराठा नूं, बंगाल नूं, हैदराबाद नूं, या फिर मैसूर नूं? इसका जो सही आंसर है वो है मैसूर। नैक्सट क्वेश्चन साडे कोल आ रहा है क्वेश्चन नंबर 102 कि हेठ लिखे मतां अनुसार किहड़ा मत मोहनजोदाड़ो दे महा इशनान लई ठीक नहीं है? सिविलाइजेशन, इंडस वैली सिविलाइजेशन, हर बार हर पेपर च इस नाल संबंधित एक या 2 क्वेश्चन आंदे ने। मतलब कि यह वाली सिविलाइजेशन भी साडे लई काफ़ी ज़्यादा इंपोर्टेंट है। सो इन्हां इट्टां दी चिनाई करके प्लस्तर कर दिता गया सी, इन्हां नूं कुदरती तारकोल की वरतों करके पानी के वहाव नूं रोक दिता गया सी, यह हेठले शहरों विच बनाए गए सी, या फिर इत्थे पानी शायद खूहां तो लिआंदा गया होवे? असी दसना है कि हेठ लिखे अनुसार किहड़ा मत मोहनजोदाड़ो दे महा इशनान लई ठीक नहीं है? तो यदा जो सही आंसर है वह है कि यह हेठले शहरों विच बनाए गए सी। नैक्सट क्वेश्चन साडे कोल आ रहा कि महाजनपदां लई किहड़ा कथन सही नहीं है? उन्होंने विशाल किले बनवाए, वह भारी फौज रखते सन, वह कदी कदी जनता द्वारा दिते गए तोहफियां ते निर्भर करते सन, या फिर पैदावार का अद्धा टैक्स निश्चित किया गया सी? ऑप्शन ने कि केवल पहली ठीक आ, केवल पहली गलत आ, केवल दूजी गलत आ, केवल चौथी गलत आ, या फिर तीजी ते चौथी गलत आ? तो इसका जो सही आंसर है वह तीसरी ते चौथी दोनों ही गलत ने। ना तो वह तोहफियां ते निर्भर करते सी ते ना ही टैक्स अद्धा सीगा। नैक्सट क्वेश्चन कि उप महादीप विच राज करन वाले किहड़े राजियां ने सब तो पहला सोने दे सिक्के चलाए? मौर्य राजियां ने, सतवाहन राजियां ने, कुशान राजियां ने, या फिर गुप्त राजियां ने? इसका सही आंसर है कुशान राजियां ने। नैक्सट क्वेश्चन है साडे कोले कि शब्द दिल्ली वाल नूं किस नाल जोड़िया जाता है? तोमर ते चौहान, तोमर ते चौहान राजियां दे अधीन दिल्ली विच चलाए जाने वाले सिक्के, शुरुआती 12वीं सदी के दिल्ली के राज कवि, 12वीं सदी विच दिल्ली विच रहन वाले लोग, या फिर इन्हां विचों कोई भी नहीं? सही आंसर पहला, तोमर अते चौहान राजियां दे अधीन दिल्ली विच चलाए जाने वाले सिक्के। कड़ीदार या खूंटीदार सूचक हैं शुरुआती मध्यकालीन भारत के वस्तुकला का तरीका, मध्यकालीन भारत विच वरतियां जाने वालियां तोपां, 8वीं सदी की फौजी रणनीति, या फिर शस्त्रां दे प्रकार? सही आंसर है शुरुआती मध्यकालीन भारत के वस्तुकला का तरीका, ऑप्शन ए। नैक्सट क्वेश्चन साडे कोल आ रहा कि मध्यकालीन भारत के राजे चेटियार, ओसवाल, बोहरा किन्हां विचों सन? सामंतां चों,
ਵਪਾਰ ਸਮੂਹ ਚੋਂ, ਯੋਧਿਆਂ ਚੋਂ ਜਾਂ ਫਿਰ ਜ਼ਿਮੀਂਦਾਰਾਂ ਚੋਂ? ਸਹੀ ਆਨਸਰ ਹੈ ਵਪਾਰ ਸਮੂਹ ਦੇ ਵਿੱਚੋਂ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਕਿ ਹੇਠਲਾ ਕਿਹੜਾ ਕਥਨ ਸ਼ੰਕਰਾਚਾਰੀਆਂ ਲਈ ਸਹੀ ਨਹੀਂ ਹੈ? ਉਹ ਤਾਮਿਲਨਾਡੂ ਵਿੱਚ ਜੰਮੇ ਸਨ, ਉਹ ਅਦਵਾਈਤਾਂ ਦੀ ਵਕਾਲਤ ਕਰਦੇ ਸਨ, ਉਹਨਾਂ ਨੇ ਇਹ ਪੜ੍ਹਾਇਆ ਕਿ ਬ੍ਰਹਮਾ ਹੀ ਅਸਲੀ ਸੱਚ ਹੈ, ਜਾਂ ਫਿਰ ਉਹਨਾਂ ਨੇ ਇਹ ਮੰਨਿਆ ਕਿ ਸੰਸਾਰ ਭਰਮ ਮਾਇਆ ਹੈ? ਇਹਦੇ ਵਿੱਚ ਸਾਡੀ ਜੋ ਆਪਸ਼ਨ ਹੈ ਉਹ ਏ ਸਹੀ ਨਹੀਂ ਹੈਗੀ ਕਿ ਉਹ ਤਾਮਿਲਨਾਡੂ ਵਿੱਚ ਜੰਮੇ ਸਨ। ਨੈਕਸਟ ਸਾਡੇ ਕੋਲ ਕੁਐਸਚਨ ਆ ਰਿਹਾ 109, ਬ੍ਰਿਟਿਸ਼ ਭਾਰਤ ਦਾ ਇਤਿਹਾਸ ਪੁਸਤਕ ਦਾ ਲੇਖਕ ਕੌਣ ਹੈ ਜੋ ਕਿ ਭਾਰਤ ਦੇ ਇਤਿਹਾਸ ਨੂੰ 3 ਕਾਲਾਂ ਹਿੰਦੂ, ਮੁਸਲਿਮ ਤੇ ਬ੍ਰਿਟਿਸ਼ ਵਿੱਚ ਵੰਡਦੀ ਹੈ? ਹੂ ਵਾਜ਼ ਦਾ ਆਥਰ ਆਫ ਦੀ ਬੁੱਕ ਅ ਹਿਸਟਰੀ ਆਫ ਬ੍ਰਿਟਿਸ਼ ਇੰਡੀਆ which divided the Indian history into 3 periods: Hindu, Muslim and British? ਸਾਡੇ ਕੋਲ ਆਪਸ਼ਨਸ ਨੇ ਵਾਨ ਹੈਸਟਿੰਗਸ, ਇਲੀਅਟ ਡੌਸਨ, ਜੇਮਸ ਮਿਲ ਜਾਂ ਫਿਰ V.A. ਸਮਿਥ। ਇਸ ਦਾ ਸਹੀ ਆਨਸਰ ਹੈ ਸਾਡੇ ਕੋਲ ਜੇਮਸ ਮਿਲ। ਨੈਕਸਟ ਕੁਐਸਚਨ 110 ਅਸੀਂ ਕਵਰ ਕਰਨ ਜਾ ਰਹੇ ਹਾਂ ਕਿ ਸਨ 1660 ਦੇ ਵਿੱਚ 110 ਨੰਬਰ ਕੁਐਸਚਨ ਹੈ ਸਾਡੇ ਕੋਲੇ ਕਿ ਸਨ 1660 ਦੇ ਵਿੱਚ ਈਸਟ ਇੰਡੀਆ ਕੰਪਨੀ ਨੂੰ ਇੰਗਲੈਂਡ ਦੇ ਰਾਜੇ ਵੱਲੋਂ ਇੱਕ ਚਾਰਟਰ ਮਿਲਿਆ ਜਿਸ ਦੇ ਮੁਤਾਬਿਕ ਉਹ ਪੂਰਬ ਦੇਸ਼ਾਂ ਦੇ ਨਾਲ ਪੂਰਨ ਤੌਰ ਤੇ ਵਪਾਰ ਕਰ ਸਕਦੇ ਸਨ। ਉਸ ਰਾਜੇ ਦਾ ਨਾਂ ਕੀ ਸੀ? ਸਮਰਾਟ ਜਾਰਜ 5, ਮਹਾਰਾਣੀ ਐਲਿਜ਼ਾਬੈਥ, ਮਹਾਰਾਣੀ ਵਿਕਟੋਰੀਆ, ਸਮਰਾਟ ਐਡਵਰਡ। ਇਸ ਸਵਾਲ ਦੇ ਵਿੱਚ ਗਾਇਜ਼ ਸਾਨੂੰ ਮਿਲੀ ਸੀਗੀ ਗ੍ਰੇਸ, ਕਿਉਂਕਿ ਕੁਐਸਚਨ ਸਹੀ ਨਹੀਂ। ਜੋ ਚਾਰਟਰ ਮਿਲਿਆ ਸੀ ਉਹ 1660 ਨਹੀਂ ਬਲਕਿ ਉਹ 16s ਦੇ ਵਿੱਚ ਮੰਨਿਆ ਜਾਂਦਾ ਹੈ, 1599 ਵਿੱਚ ਮੰਨਿਆ ਜਾਂਦਾ ਹੈ। ਔਰ ਇਹ ਈਸਟ ਇੰਡੀਆ ਕੰਪਨੀ ਨੂੰ ਜੋ ਮਿਲਿਆ ਸੀਗਾ ਮਹਾਰਾਣੀ ਉਸ ਟਾਈਮ ਐਲਿਜ਼ਾਬੈਥ ਸੀ ਆਈ ਥਿੰਕ, ਬਾਕੀ ਇਹ ਸਰਚ ਕਰਨਾ ਪੈਣਾ ਕਿਉਂਕਿ ਗ੍ਰੇਸ ਆ ਇਹ ਕੁਐਸਚਨ ਸਹੀ ਨਹੀਂ ਹੈਗਾ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਰਾਜ ਸਭਾ ਨੂੰ ਉੱਪਰਲਾ ਸਦਨ ਵੀ ਕਿਹਾ ਜਾਂਦਾ ਹੈ। ਰਾਜ ਸਭਾ ਲਈ ਕਿਹੜਾ ਕਥਨ ਸਹੀ ਨਹੀਂ ਹੈ? ਪਹਿਲੀ ਆਪਸ਼ਨ ਕਿ ਰਾਜ ਸਭਾ ਵਿਸ਼ੇਸ਼ ਕੰਮ ਕਰਦੀ ਹੈ, ਦੂਸਰਾ ਕਿ ਰਾਜ ਸਭਾ ਵਿੱਤ ਬਿੱਲ ਨੂੰ ਰੱਦ ਕਰ ਸਕਦੀ ਹੈ, ਤੀਸਰਾ ਕਿ ਰਾਜ ਸਭਾ ਵਿੱਤ ਬਿੱਲ ਨੂੰ ਰੱਦ ਨਹੀਂ ਕਰ ਸਕਦੀ, ਚੌਥਾ ਕਿ ਜੇਕਰ ਲੋਕ ਸਭਾ ਵਿੱਚ ਇੱਕ ਵਾਰ ਵਿੱਤ ਬਿੱਲ ਪਾਸ ਕਰ ਦੇਵੇ ਤਾਂ ਰਾਜ ਸਭਾ ਉਸ ਨੂੰ ਰੱਦ ਨਹੀਂ ਕਰ ਸਕਦੀ। ਤਾਂ ਇਸ ਦਾ ਜੋ ਸਾਡੇ ਕੋਲ ਸਹੀ ਆਨਸਰ ਹੈ, ਅਸੀਂ ਆਲਰੇਡੀ ਇਸ ਕੁਐਸਚਨ ਤੇ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਜਿਹੜਾ ਵਿੱਤ ਬਿੱਲ ਆ, ਜਿਹੜਾ ਮਨੀ ਬਿੱਲ ਆ, ਉਹ ਸਿਰਫ ਔਰ ਸਿਰਫ ਕਿੱਥੇ ਇੰਟਰੋਡਿਊਸ ਹੁੰਦਾ ਹੈ? ਲੋਕ ਸਭਾ ਦੇ ਵਿੱਚ। ਲੋਕ ਸਭਾ 'ਚ ਇੰਟਰੋਡਿਊਸ ਹੋਵੇਗਾ, ਲੋਕ ਸਭਾ 'ਚ ਹੀ ਪਾਸ ਹੋਵੇਗਾ। ਰਾਜ ਸਭਾ ਦੇ ਵਿੱਚ ਸਿਰਫ ਜਾਊਗਾ, ਉੱਥੇ ਪਾਸ ਹੋ ਕੇ ਅੱਗੇ ਰਾਸ਼ਟਰ ਪ੍ਰੈਜ਼ੀਡੈਂਟ ਕੋਲੇ ਪਹੁੰਚ ਜੂਗਾ, ਮਤਲਬ ਕਿ ਰਾਜ ਸਭਾ ਦਾ ਮਨੀ ਬਿੱਲ ਦੇ ਵਿੱਚ ਕੋਈ ਰੋਲ ਨਹੀਂ ਹੈਗਾ। ਤਾਂ ਇਸ ਦੇ ਅਕੋਰਡਿੰਗ ਸਾਡੇ ਕੋਲ ਜੋ ਸਹੀ ਆਪਸ਼ਨ ਆ ਉਹ ਹੈ ਕਿ ਰਾਜ ਸਭਾ ਵਿੱਤ ਬਿੱਲ ਨੂੰ ਰੱਦ ਨਹੀਂ ਕਰ ਸਕਦੀ, ਕਿਉਂਕਿ ਉਹਦੇ ਕੋਲੇ ਆਪਸ਼ਨ ਹੀ ਨਹੀਂ ਹੈਗੀ ਰੱਦ ਕਰਨ ਦੀ, ਉਹ ਕਰ ਹੀ ਨਹੀਂ ਸਕਦੀ ਹੈਗੀ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਕਿਸ ਸਾਲ ਦੱਖਣੀ ਅਫਰੀਕਾ ਇੱਕ ਲੋਕਤੰਤਰੀ ਦੇਸ਼ ਬਣਿਆ? ਸਾਊਥ ਅਫਰੀਕਾ ਇੱਕ ਡੈਮੋਕ੍ਰੈਟਿਕ ਕੰਟਰੀ ਬਣਿਆ ਸੀਗਾ। ਇਹਦਾ ਸੰਬੰਧ ਹੈਗਾ ਇਹ ਨੈਲਸਨ ਮੰਡੇਲਾ ਦੇ ਨਾਲ। ਨੈਲਸਨ ਮੰਡੇਲਾ ਉੱਥੇ ਇੱਕ ਫਰੀडम ਫਾਈਟਰ ਰਿਹਾ ਹੈ ਸਾਊਥ ਅਫਰੀਕਾ ਦੇ ਵਿੱਚ, ਗਾਂਧੀ ਜੀ ਦਾ ਸਪੋਰਟਰ, ਇਹ ਗਾਂਧੀ ਜੀ ਹੋ ਰਹੇ ਇੱਕ ਦੂਜੇ ਦੇ ਸਪੋਰਟਰ ਵੀ ਰਹੇ ਨੇ ਸਾਊਥ ਅਫਰੀਕਾ ਦੇ ਵਿੱਚ। ਨੈਲਸਨ ਮੰਡੇਲਾ ਉਹ ਸੀਗਾ ਜਿਹਨੇ 28 ਸਾਲ ਦੇ ਲਗਭਗ ਜੇਲ੍ਹ ਯਾਤਰਾ ਕੀਤੀ, ਜੇਲ੍ਹ 'ਚ ਇਹਨੂੰ ਰਹਿਣਾ ਪਿਆ ਸੀਗਾ ਕਿਉਂਕਿ ਇਹ ਉੱਥੇ ਇੱਕ ਸਿਸਟਮ ਚੱਲ ਰਿਹਾ ਸੀਗਾ ਸੈਗਰੀਗੇਸ਼ਨ ਦਾ। ਸੈਗਰੀਗੇਸ਼ਨ ਉਹ ਵਾਲੀ ਸਿਸਟਮ ਹੁੰਦਾ ਹੈ, ਉਹ ਵਾਲਾ ਸਿਸਟਮ ਹੁੰਦਾ ਹੈ ਜਿਹਦੇ ਵਿੱਚ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ ਔਨ ਦਾ ਬੇਸਿਸ ਆਫ ਕਲਰ, ਕਿ ਕਾਲੇ ਤੇ ਗੋਰਿਆਂ ਨੂੰ ਅਲੱਗ-ਅਲੱਗ ਕੀਤਾ ਜਾਂਦਾ ਸੀਗਾ, ਉਸ ਨੂੰ ਅਸੀਂ ਸੈਗਰੀਗੇਸ਼ਨ ਕਹਿ ਦਿੰਦੇ ਹਾਂ। ਉਸ ਦੇ ਖਿਲਾਫ ਲੜਾਈ ਚੱਲ ਰਹੀ ਸੀ ਜਿਸ ਦੇ ਵਿੱਚ ਨੈਲਸਨ ਮੰਡੇਲਾ ਨੇ ਅਹਿਮ ਰੋਲ ਅਦਾ ਕੀਤਾ ਸੀਗਾ ਤੇ ਜਦੋਂ ਲੋਕਤੰਤਰੀ ਦੇਸ਼ ਬਣ ਗਿਆ ਸੀ ਤਾਂ ਨੈਲਸਨ ਮੰਡੇਲਾ ਉੱਥੇ ਦਾ ਪਹਿਲਾ ਸਰਪ੍ਰਸਤ ਬਣਿਆ ਸੀ। ਸੋ ਸਾਨੂੰ ਸਾਲ ਪੁੱਛਿਆ ਗਿਆ ਹੈ, ਸਾਲ ਹੈਗਾ 1994। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਹੇਠ ਲਿਖੀਆਂ ਨਾਵਾਂ ਵਿੱਚੋਂ ਕਿਹੜਾ ਨਾਂ ਸੰਵਿਧਾਨ ਦਾ ਮੁਖੀ ਵੀ ਸੀ? ਇੱਕ ਵਕੀਲ ਤੇ ਉਹ ਚੰਪਾਰਨ ਸੱਤਿਆਗ੍ਰਹਿ ਕਰਕੇ ਵੀ ਜਾਣਿਆ ਜਾਂਦਾ ਹੈ। ਮਹਾਤਮਾ ਗਾਂਧੀ, B.R. ਅੰਬੇਦਕਰ, ਰਾਜਿੰਦਰ ਪ੍ਰਸਾਦ ਜਾਂ ਫਿਰ ਜਵਾਹਰ ਲਾਲ ਨਹਿਰੂ। ਤਾਂ ਸਾਡੇ ਕੋਲੇ ਜੋ ਸਹੀ ਆਨਸਰ ਹੈ ਉਹ ਹੈ ਡਾਕਟਰ ਰਾਜਿੰਦਰ ਪ੍ਰਸਾਦ। ਨੈਕਸਟ ਕੁਐਸਚਨ ਸਾਡੇ ਕੋਲੇ ਆ ਰਿਹਾ ਕਿ ਹੇਠ ਲਿਖੀਆਂ ਕਥਨਾਂ ਵਿੱਚੋਂ ਕਿਹੜਾ ਸਥਾਨਕ ਮੀਡੀਆ ਲਈ ਸਹੀ ਨਹੀਂ ਹੈ? ਸਥਾਨਕ ਮੀਡੀਆ ਆਮ ਤੌਰ ਤੇ ਸਥਾਨਕ ਭਾਸ਼ਾ ਵਿੱਚ ਹੀ ਦੇਸ਼ ਦੇ ਮੁੱਦਿਆਂ ਨੂੰ ਦੱਸਦਾ ਹੈ।
ਸਥਾਨਕ ਇਕੱਠ ਰਲ ਕੇ ਆਪਣਾ ਮੀਡੀਆ ਸ਼ੁਰੂ ਕਰ ਸਕਦੇ ਹਨ। ਗਰੀਬਾਂ ਨੂੰ ਆਪਣੀ ਜ਼ਿੰਦਗੀ ਦੀਆਂ ਫਿਲਮਾਂ ਆਪ ਬਣਾਉਣ ਲਈ ਵੀਡੀਓ ਕੈਮਰੇ ਦੇ ਦਿੰਦੇ ਹਨ। ਅਖਬਾਰ ਜਿਸ ਨੂੰ ਖਬਰ ਲਹਿਰਿਆ ਕਿਹਾ ਜਾਂਦਾ ਹੈ ਉਹ ਸਿਰਫ 8 ਦਲਿਤ ਔਰਤਾਂ ਦੁਆਰਾ ਚਲਾਇਆ ਜਾ ਰਿਹਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਸਥਾਨਕ ਮੀਡੀਆ ਲਈ ਸਹੀ ਨਹੀਂ ਹੈ? ਸਹੀ ਆਪਸ਼ਨ ਹੈ ਕਿ ਉਹ ਸਥਾਨਕ ਭਾਸ਼ਾ 'ਚ ਗੱਲ ਕਿਉਂ ਕਰਨਗੇ? ਹਰ ਕਿਹੜਾ ਮਰਜ਼ੀ ਮੀਡੀਆ ਦੇਖ ਲਓ ਤੁਸੀਂ, ਸਥਾਨਕ ਭਾਸ਼ਾ ਨਹੀਂ ਹੁੰਦੀ, ਟਕਸਾਲੀ ਭਾਸ਼ਾ ਹੁੰਦੀ ਹੈ। ਟਕਸਾਲੀ ਭਾਸ਼ਾ ਦੇ ਵਿੱਚ ਗੱਲ ਕੀਤੀ ਜਾਂਦੀ ਹੈ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਸੰਸਦ ਦੀ ਰਚਨਾ ਕਿਵੇਂ ਹੁੰਦੀ ਹੈ? ਲੋਕ ਸਭਾ ਤੇ ਰਾਜ ਸਭਾ। ਕੁਐਸਚਨ ਰਿਪੀਟ ਹੋ ਰਿਹਾ, ਮੈਂ ਤੁਹਾਨੂੰ ਪਹਿਲਾਂ ਇਹ ਵਾਲਾ ਕੁਐਸਚਨ ਬਹੁਤ ਵਾਰ ਦੱਸਿਆ ਕਿ ਪਾਰਲੀਮੈਂਟ ਕੀ ਆ। ਪਾਰਲੀਮੈਂਟ 3 ਚੀਜ਼ਾਂ ਦਾ ਹਿੱਸਾ ਹੈ। ਇਹ ਪੁੱਛ ਰਹੇ ਨੇ ਕਿ ਪਾਰਲੀਮੈਂਟ ਕਿੰਨੀਆਂ ਚੀਜ਼ਾਂ ਦਾ ਹਿੱਸਾ ਹੈ, ਉਹੀ ਪੁੱਛ ਰਹੇ ਨੇ। ਲੋਕ ਸਭਾ ਤੇ ਰਾਜ ਸਭਾ ਦਾ ਹੋ ਹੀ ਨਹੀਂ ਸਕਦਾ। ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ ਦਾ ਬਿਲਕੁਲ। ਮੁੱਖ ਨਿਆਇਧੀਸ਼ ਓਬੀਸੀ ਨਹੀਂ ਹੋਵੇਗਾ। ਉਪ ਰਾਸ਼ਟਰਪਤੀ ਓਬੀਸੀ ਨਹੀਂ ਹੋਵੇਗਾ। ਸੋ ਸਾਡੇ ਕੋਲ ਜੋ ਸਹੀ ਆਪਸ਼ਨ ਹੈ ਉਹ ਆਪਸ਼ਨ ਬੀ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਹੈ ਕੁਐਸਚਨ ਨੰਬਰ 116। 116 ਕੁਐਸਚਨ ਕਹਿ ਰਿਹਾ ਕਿ ਸੰਵਿਧਾਨ ਵਿੱਚ ਕਿਹੜਾ ਪ੍ਰਾਵਧਾਨ ਬਿਨਾਂ ਕਿਸੇ ਬਹਿਸ ਦੇ ਪਾਸ ਹੋ ਜਾਂਦਾ ਸੀ? Which provision was passed without any debate in constituent assembly? constituent assembly ਦੇ ਵਿੱਚ ਜਦੋਂ ਸੰਵਿਧਾਨ ਬਣ ਰਿਹਾ ਸੀ ਤਾਂ ਅਜਿਹੀ ਕਿਹੜੀ ਚੀਜ਼ ਸੀ ਜਿਸ ਤੇ ਕਦੇ ਕੋਈ ਬਹਿਸ ਨਹੀਂ ਹੋਈ, ਬਸ ਆਰਾਮ ਨਾਲ ਉਸ ਨੂੰ ਪਾਸ ਕਰ ਦਿੱਤਾ ਜਾਂਦਾ ਸੀ? ਮੌਲਿਕ ਅਧਿਕਾਰ, ਯੂਨੀਵਰਸਲ ਅਡਲਟ ਫਰੈਂਚਾਈਜ਼, ਸਰਕਾਰ ਦਾ ਸੰਸਦੀ ਰੂਪ, ਜਾਂ ਫਿਰ ਰਾਜ ਦੇ ਨੀਤੀ ਨਿਰਦੇਸ਼ ਸਿਧਾਂਤ? ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਸਾਰਿਆਂ ਜਵਾਨਾਂ ਲਈ ਵੋਟ ਦਾ ਅਧਿਕਾਰ। ਯੂਨੀਵਰਸਲ ਅਡਲਟ ਫਰੈਂਚਾਈਜ਼, ਜਿੱਥੇ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਦੇ, ਨਾ ਕੋਈ ਔਨ ਦਾ ਬੇਸਿਸ ਆਫ ਕਲਰ, ਨਾ ਕੋਈ ਜੈਂਡਰ, ਨਾ ਕੋਈ ਰਿਲੀਜਨ, ਨਾ ਕੁਛ ਵੀ ਨਹੀਂ, ਹਰ ਇਨਸਾਨ ਨੂੰ ਵੋਟ ਪਾਉਣ ਦਾ ਅਧਿਕਾਰ ਆ। ਬਸ ਇੱਕ ਸ਼ਰਤ ਆ ਕਿ ਉਸ ਦੀ ਜੋ ਉਮਰ ਆ ਉਹ 18 ਸਾਲ ਹੋਣੀ ਚਾਹੀਦੀ ਆ। ਔਰ ਇਹ ਉਸ ਵਕਤ 21 ਸਾਲ ਸੀ, ਪਿੱਛੇ ਜੇ ਘਟਾ ਕੇ ਜੇ 18 ਸਾਲ ਕਰ ਦਿੱਤੀ ਗਈ ਸੀ। ਠੀਕ ਹੈ, ਸੋ ਸਾਡੇ ਕੋਲ ਜੋ ਸਹੀ ਆਪਸ਼ਨ ਹੈ ਉਹ ਹੈ ਸਾਰਿਆਂ ਜਵਾਨਾਂ ਲਈ ਵੋਟ ਪਾਉਣ ਦਾ ਅਧਿਕਾਰ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਕਿ ਕੇਸ਼ਵ ਨੰਦਾ ਭਾਰਤੀ ਤੇ ਕੇਰਲ ਰਾਜ ਦਾ ਮਾਮਲਾ ਪ੍ਰਸਿੱਧ ਹੈ ਪੰਚਾਇਤੀ ਰਾਜ ਸੰਬੰਧਾਂ ਲਈ। ਇਹ ਵੀ ਗਾਇਜ਼ ਕੁਐਸਚਨ ਹੈ ਜੋ ਰਿਪੀਟ ਹੋ ਰਿਹਾ ਹੈ, ਔਨ ਰਿਪੀਟ ਚੱਲ ਰਿਹਾ ਵੀ। ਕੁਐਸਚਨ ਪਹਿਲਾਂ 2-3 ਵਾਰ ਆ ਚੁੱਕੇ ਆ ਪੇਪਰਾਂ ਦੇ ਵਿੱਚ ਕਿ ਪੰਚਾਇਤੀ ਰਾਜ ਸੰਸਥਾ ਦੇ ਲਈ, ਮੂਲਭੂਤ ਢਾਂਚੇ ਨਾਲ ਸੰਬੰਧਿਤ, ਅਦਾਲਤੀ ਸਰਗਰਮੀ ਲਈ, ਜਾਂ ਫਿਰ ਜ਼ਮੀਨੀ ਸੁਧਾਰ ਲਈ। ਪੰਚਾਇਤੀ ਰਾਜ ਇੰਸਟੀਟਿਊਸ਼ਨ, ਬੇਸਿਕ ਸਟਰਕਚਰ ਡਾਕਟਰਾਈਨ, ਜੁਡੀਸ਼ੀਅਲ ਐਕਟਿਵਿਜ਼ਮ, ਜਾਂ ਫਿਰ ਲੈਂਡ ਰੀਫਾਰਮ। ਸੋ ਇਸ ਦਾ ਜੋ ਸਬੰਧ ਸੀਗਾ ਇਹ ਸੀਗਾ ਮੂਲਭੂਤ ਢਾਂਚੇ ਨਾਲ, ਮਤਲਬ ਕਿ ਬੇਸਿਕ ਸਟਰਕਚਰ ਨਾਲ, ਜਿਹਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਦੋਂ ਤੁਹਾਨੂੰ ਸੁਪਰੀਮ ਕੋਰਟ ਦਾ ਰੋਲ ਦੱਸਿਆ ਸੀਗਾ ਕਿ ਕਦੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਅਸੀਂ ਅਮੈਂਡਮੈਂਟ ਕਰ ਸਕਦੇ ਹਾਂ ਪ੍ਰੀਐਂਬਲ ਦੇ ਵਿੱਚ, ਤੇ ਕਦੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਅਸੀਂ ਅਮੈਂਡਮੈਂਟ ਨਹੀਂ ਕਰ ਸਕਦੇ ਪ੍ਰੀਐਂਬਲ ਦੇ ਵਿੱਚ। ਸੋ ਇਸ ਦਾ ਸਬੰਧ ਉਸੇ ਕੇਸ ਨਾਲ ਆ, ਉਸੇ ਹੀ ਬੇਸਿਕ ਸਟਰਕਚਰ ਦੇ ਨਾਲ ਆ। ਨੈਕਸਟ ਕੁਐਸਚਨ ਆ ਸਾਡੇ ਕੋਲੇ ਕਿ ਪੰਚਾਇਤੀ ਰਾਜ ਸੰਸਥਾ ਦਾ ਉਹ ਕਿਹੜਾ ਨਿਯਮ ਹੈ ਜੋ ਉਸ ਨੂੰ ਸਮਾਜਿਕ ਇਨਸਾਫ ਦੇ ਨੇਮ ਨਾਲ ਵੀ ਜੋੜ ਦਿੰਦਾ ਹੈ? ਵਿੱਤ ਕਮਿਸ਼ਨ, ਪ੍ਰਾਂਤ ਚੁਣਾਵ ਕਮਿਸ਼ਨ, ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਔਰਤਾਂ ਲਈ ਰਿਜ਼ਰਵੇਸ਼ਨ, ਜਾਂ ਫਿਰ ਗ੍ਰਾਮ ਸਭਾ। ਸੋ ਸਾਡੇ ਕੋਲੇ ਜੋ ਆਪਸ਼ਨ ਹੈ ਉਹ ਹੈ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਤੇ ਔਰਤਾਂ ਲਈ ਰਿਜ਼ਰਵੇਸ਼ਨ। ਜਿਹੜੀ ਔਰਤਾਂ ਦੀ ਗਾਇਜ਼ ਰਿਜ਼ਰਵੇਸ਼ਨ ਆ ਲੋਕਲ ਗਵਰਨਮੈਂਟ ਦੇ ਵਿੱਚ, ਚਾਹੇ ਉਹ ਫਿਰ ਐਮਸੀ ਹੋਣ, ਚਾਹੇ ਫਿਰ ਉਹ ਪੰਚਾਇਤਾਂ ਹੋਣ, ਪਿੰਡ ਹੋਣ, ਲੋਕਲ ਗਵਰਨਮੈਂਟ ਦੇ ਵਿੱਚ ਸਾਡੇ ਕੋਲੇ ਆਪਸ਼ਨ ਹੁੰਦੀ ਆ ਵੀਮਨਸ ਕੋਲੇ 33% ਕੋਟੇ ਦੀ। ਟੋਟਲ ਜਿੰਨੀਆਂ ਵੀ ਸੀਟਾਂ ਨੇ ਉਹਦੇ ਵਿੱਚੋਂ 33% ਸੀਟਾਂ ਦੇ ਉੱਪਰ ਵੀਮਨਸ ਵੋਟਾਂ ਲੜਨਗੀਆਂ, ਵੀਮਨਸ ਇਲੈਕਸ਼ਨਸ ਲੜਨਗੀਆਂ 33% ਦੇ ਉੱਪਰ। ਠੀਕ ਹੈ, ਸੋ ਇਹ ਹੈ ਜਿਹੜੀ ਰਿਜ਼ਰਵੇਸ਼ਨ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਨਾਲ ਸੰਬੰਧਿਤ ਸਾਰੇ ਵਿਵਾਦ ਸੁਪਰੀਮ ਕੋਰਟ ਦੇ ਕਿਹੜੇ ਖੇਤਰ ਅਧੀਨ ਆਉਂਦੇ ਹਨ? ਪ੍ਰਾਰੰਭਿਕ ਖੇਤਰ ਅਧੀਨ, ਜਿਸ ਨੂੰ ਅਸੀਂ ਓਰੀਜਨਲ ਜੁਰਿਸਡਿਕਸ਼ਨ ਕਹਿ ਦਿੰਦੇ ਹਾਂ, ਰਿਟ ਸੰਬੰਧੀ ਖੇਤਰ ਅਧਿਕਾਰ ਰਿਟ ਜੁਰਿਸਡਿਕਸ਼ਨ, ਅਪੀਲ ਦੇ ਖੇਤਰ ਵਿੱਚ ਐਪਲੇਟ ਜੁਰਿਸਡਿਕਸ਼ਨ, ਜਾਂ ਫਿਰ ਸਲਾਹਕਾਰੀ ਖੇਤਰ ਵਿੱਚ, ਜਿਸ ਨੂੰ ਅਸੀਂ ਐਡਵਾਈਜ਼ਰੀ ਜੁਰਿਸਡਿਕਸ਼ਨ ਕਹਿ ਦਿੰਦੇ ਹਾਂ। ਸੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਪ੍ਰਾਰੰਭਿਕ ਖੇਤਰ ਅਧਿਕਾਰ ਓਰੀਜਨਲ ਜੁਰਿਸਡਿਕਸ਼ਨ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਕਿ ਸੰਸਦੀ ਰੂਪ ਵਿੱਚ ਬਣੀ ਸਰਕਾਰ ਤੋਂ ਭਾਵ ਹੈ ਕਿ ਵਿਧਾਨ ਮੰਡਲ ਤੇ ਕਾਰਜਕਾਰੀ ਮੰਡਲ ਦੋਵੇਂ ਵੱਖਰੇ ਹਨ, ਵਿਧਾਨ ਮੰਡਲ ਤੇ ਕਾਰਜਕਾਰੀ ਮੰਡਲ ਦੋਵੇਂ ਇੱਕ ਦੂਜੇ ਤੇ ਨਿਰਭਰ ਕਰਦੇ ਹਨ, ਰਾਸ਼ਟਰਪਤੀ ਰਾਜ ਦਾ ਸਿਆਸੀ ਮੁੱਖ ਨੇਤਾ ਹੁੰਦਾ ਹੈ, ਵਿਧਾਨ ਮੰਡਲ ਕਾਰਜਕਾਰੀ ਮੰਡਲ ਨੂੰ ਆਪਣੇ ਅਧੀਨ ਨਹੀਂ ਰੱਖ ਸਕਦੀ। ਇਸ ਦੀ ਜੋ ਸਹੀ ਆਪਸ਼ਨ ਹੈ ਉਹ ਹੈ ਇਹ ਕਿ ਵਿਧਾਨ ਮੰਡਲ ਤੇ ਕਾਰਜਕਾਰੀ ਮੰਡਲ ਦੋਵੇਂ ਵੱਖਰੇ ਹਨ। ਸੋ ਇਹ ਸੀਗੇ ਗਾਇਸ ਸਾਡੇ 120 ਕੁਐਸਚਨ। 121 ਤੋਂ 150 ਤੱਕ ਅਸੀਂ ਕਵਰ ਕਰਾਂਗੇ ਸਾਡੇ ਸੈਕਿੰਡ ਪਾਰਟ ਦੇ ਵਿੱਚ। ਅੱਜ ਦੇ ਲਈ ਬਸ ਇੰਨਾ ਹੀ। ਥੈਂਕ ਯੂ।